वर्ल्ड सिख अपडेट्स देख रहे सारे दर्शकों का निੱਘਾ स्वागत है। जिस तरह कि आप जी जानते हो दिल्ली ਵਿੱਚ ਗੁਰਦੁਆਰਾ ਕਮੇਟੀ ਦੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਪਰ ਚੋਣਾਂ ਦੇ ਆਂਦੇ ਹੀ ਕੁਝ ਐਸੀ ਮੰਦਭਾਗੀ ਘਟਨਾਵਾਂ ਵੀ ਸਾਹਮਣੇ ਆਉਣ ਲੱਗੀਆਂ ਨੇ ਜੋ ਕਿ ਬਹੁਤ ਹੀ ਦੁਖਦਾਈ ਹੁੰਦੀਆਂ ਨੇ। ਸਾਡੇ ਦਿੱਲੀ ਵਿੱਚ ਚੋਣਾਂ ਵਿੱਚ ਜਿਹੜੀਆਂ ਕਿ ਫੀਮੇਲ ਕੈਂਡੀਡੇਟ ਨੇ ਉਹ ਸਿਰਫ 3 ਜਾਂ 4 ਹੀ ਨੇ, ਲੇਕਿਨ ਸ਼ਾਇਦ ਉਹ ਵੀ ਜਿਹੜੀ ਐਸੇ ਜਿਹੜੇ ਹੈਗੇ ਨੇ ਲੋਕ ਜਿਨ੍ਹਾਂ ਨੂੰ ਪਸੰਦ ਨਹੀਂ ਆ ਰਿਹਾ। उसी के चलदे एक घटना वापरी है जिस चीज़ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਅਵਨੀਤ ਕੌਰ ਭਾਟੀਆ ਜੀ ਕੋਲ। ਆਓ ਪਹਿਲੇ ਉਹਨਾਂ ਨਾਲ ਫਤਿਹ ਦੀ ਸਾਂਝ ਕਰੀਏ ਤੇ ਉਹਨਾਂ ਤੋਂ ਹੀ ਜਾਣੀਏ ਮਾਮਲਾ ਕੀ ਹੈ। ਅਵਨੀਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਵਨੀਤ ਜੀ, ਇਹ ਜਿਹੜਾ ਤੁਹਾਡੇ ਨਾਲ ਹੋਇਆ, ਇੱਕ ਤੁਹਾਨੂੰ ਫੋਨ ਕਾਲ ਆਈ ਜਿਹਦੇ 'ਚ ਪਾਕਿਸਤਾਨ ਦਾ ਨੰਬਰ ਆ ਰਿਹਾ, ਕੋਈ ਬਲੈਕਮੇਲਰ ਹੈ ਜੋ ਆਪ ਜੀ ਨੂੰ ਕੁਛ ਮੰਦਭਾਗੀ ਭਾਸ਼ਾ ਬੋਲ ਰਿਹਾ, ਕੁਛ ਫੋਟੋਆਂ ਵਾਇਰਲ ਕਰ ਦਿਆਂਗਾ, ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਕੀ ਕਾਰਨ ਹੈ ਜਿਹੜਾ ਇਹ ਤੁਹਾਨੂੰ ਇਸ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਨੇ? ਦੇਖੋ ਜੀ, ਪਹਿਲੇ ਮੈਂ ਵਾਕਿਆ ਦੱਸਦਾ ਹੋਇਆ ਕਿ ਬੰਗਾਲ ਇਲੈਕਸ਼ਨਸ ਦਾ ਦਿਨ ਸੀ ਤੇ ਮੈਂ ਰੋਜ਼ਮਰਾ ਦੀ ਤਰ੍ਹਾਂ ਆਫਿਸ ਜਾ ਰਹੀ ਸੀ। ਮੇਰੀ ਡਿਊਟੀ ਬੰਗਾਲ ਇਲੈਕਸ਼ਨਸ 'ਚ ਲੱਗੀ ਸੀ ਫੀਡ ਰੂਮ ਵਿੱਚ। ਤੁਸੀਂ ਨਿਊਜ਼ 'ਚ ਪਤਾ ਹੈ ਫੀਡ ਰੂਮ ਹੁੰਦਾ, ਉਹ ਤੋਂ ਫੀਡ ਆਣੀ ਸੀ ਤੇ ਉਹਦੇ ਤੇ ਡਿਊਟੀ ਮੇਰੀ ਲੱਗੀ ਸੀ। ਮੈਂ ਕਰੋਲ ਬਾਗ ਤੱਕ ਪਹੁੰਚਦੀ ਹਾਂ ਜੀ ਤੇ ਮੈਂ ਜਿਵੇਂ ਹਰ ਕੋਈ ਮੋਬਾਈਲ ਡਾਟਾ ਔਨ ਕਰਦਾ, ਮੈਂ ਮੋਬਾਈਲ ਡਾਟਾ ਔਨ ਕੀਤਾ ਤੇ ਲਗਾਤਾਰ ਮੈਨੂੰ ਫਰੀਕੁਐਂਟਲੀ ਇਨ ਫਰੈਕਸ਼ਨ ਆਫ ਸੈਕਿੰਡਸ ਆਈ ਰਿਸੀਵਡ ਸੋ ਮੈਨੀ ਮੈਸੇजेस, ਅਰਾਊਂਡ ਅਬਾਊਟ 20 to 30 ਮੈਸੇजेस ਮੈਨੂੰ ਆਉਣ ਲੱਗ ਗਏ। ਔਰ ਰੈੱਡ ਲਾਈਟ ਸੀ ਤੇ ਮੈਂ ਵੇਖਿਆ ਤੇ ਬਹੁਤ ਗਲਤ ਚੀਜ਼ਾਂ ਸਨ। ਸਭ ਤੋਂ ਪਹਿਲੀ ਫੋਟੋ ਮੇਰੀ ਹੈਗੀ ਨਹੀਂ ਸੀ, ਫੋਟੋਸ਼ਾਪ ਕਰਕੇ ਮੌਫਡ ਫੋਟੋ ਸਨ ਜਿਹਦੇ 'ਚ ਫੋਟੋ ਕਿਸੇ ਹੋਰ ਦੀ ਹੁੰਦੀ ਹੈ ਔਰ ਬੋਡੀ ਕਿਸੇ ਹੋਰ ਦੀ ਲਗਾਈ ਜਾਂਦੀ ਹੈ। ਔਰ ਇਹ ਬਹੁਤ गलत लग्या मैनू। ब्लैकमेलिंग, हरासमेंट, ब्लॉक मत करना, मुझे हिंदी च लिखा गया सी। मुझे पाकिस्तान का नहीं समझना, ना मैं पाकिस्तान से हूँ ना मैं अफ़गानिस्तान से हूँ। मैंने किसी का नंबर हैक किया हुआ है, बकायदा हिंदी च टैक्सट जेड़ा सी व्हाट्सएप ते आ रहा सी। मैं उस बंदे नू, क्योंकि मैं BL कपूर दे कोल खड़ी सी रैड लाइट ते, मैं उस बंदे नू लोकेशन भेजदी हाँ कि मैं हॉस्पिटल दे अंदर हाँ तो मैं इस टाइम गल नहीं कर सकती, मैनू थोड़ा टाइम चाहिए, मैं तेरी सारी गल मन्नांगी। मैं उहदे नाल हिंदी च वार्तालाप करदी हाँ। वो कहंदा किन्ना टाइम चाहिए, मैं उन्होंने बोली मैनू 1 घंटा दे दे, आफ्टर 1 hour आई विल डेफिनेटली कॉल यू। ਕਨਵਰਸੇਸ਼ਨ ਤੁਹਾਡੀ ਟੈਕਸਟ 'ਚ ਹੋਈ ਹੈ ਜਾਂ ਗੱਲ? ਇਹ ਟੈਕਸਟ ਵਿੱਚ ਹੋਈ ਹੈ ਜੀ, WhatsApp ਤੇ ਹੀ ਚੈਟ ਹੋਈ ਹੈ। ਔਰ ਉਹ ਮੰਨ ਜਾਂਦਾ ਕਿਉਂਕਿ ਉਹਨੂੰ ਲੋਕੇਸ਼ਨ BL ਕਪੂਰ ਦੀ ਜਾਂਦੀ ਹੈ, ਹਸਪੀਟਲ ਲਿਖਿਆ ਹੋਇਆ ਆਂਦਾ ਹੈ। ਉਸ ਤੋਂ ਬਾਅਦ ਮੈਂ ਯੂ ਟਰਨ ਲੈਣੀ ਆ ਜੋ ਮੈਂ ਸਿੱਧਾ ਕੀਰਤੀ ਨਗਰ ਥਾਣੇ ਪਹੁੰਚਦੀ ਹਾਂ। ਮੀਨਵਾਈਲ ਮੈਨੂੰ ਕਿਉਂਕਿ 1 ਘੰਟਾ ਹੋਰ ਜਾਂਦਾ, ਮੈਂ ਇੱਥੇ ਪਹੁੰਚ ਕੇ ਰਿਪੋਰਟ ਦਰਜ ਕਰਦੀ ਹਾਂ। ਮੈਂ ਸਾਈਬਰ ਸੈੱਲ 'ਚ ACP ਰਮਨ ਲਾਂਬਾ ਉਹਨਾਂ ਨੂੰ ਕਾਲ ਕਰਦੀ ਹਾਂ ਕਿਉਂਕਿ ਮੈਂ ਇਸੇ ਮਹਿਕਮੇ ਤੋਂ ਹਾਂ। ਮੈਂ ਮੀਡੀਆ 'ਚ ਮੈਨੂੰ 17 ਸਾਲ ਦਾ ਐਕਸਪੀਰੀਅੰਸ ਹੈ ਜੀ। ਐਮ ਡਾਕਟਰੇਟ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ। ਅਤੇ ਇਹ ਚੀਜ਼ ਮੇਰੇ ਵਾਸਤੇ ਨਵੀਂ ਨਹੀਂ ਸੀ। ਮੈਂ ਆਰੂਸ਼ੀ ਮਰਡਰ ਕੇਸ ਹੋ ਗਿਆ, ਨਿਠਾਰੀ ਕਾਂਡ ਹੋ ਗਿਆ, ਅਬੂ ਸਲੇਮ ਹੋ ਗਿਆ, ਜਨਕਪੁਰੀ ਸੁਸਾਈਡ ਹੋ ਗਿਆ, ਕਾਂਡ ਹੋ ਗਿਆ, ਦਿੱਲੀ ਬੰਬ ਬਲਾਸਟ, ਮੁੰਬਈ ਬੰਬ ਬਲਾਸਟ, ਇੱਦਾਂ ਦੇ ਮੈਂ 14 ਸਾਲ ਕ੍ਰਾਈਮ ਬੀਟ ਕਵਰ ਕੀਤੀ ਹੈ ਦਿੱਲੀ ਦੀ, ਜਿਹਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਲੀ ਪੁਲਿਸ ਨੇ ਵੀ ਯੰਗਸਟ ਰਿਪੋਰਟਰ ਦਾ ਅਵਾਰਡ ਮੈਨੂੰ ਨਵਾਜਿਆ ਸੀ 2008 ਵਿੱਚ। ਲੇਕਿਨ ਸ਼ਾਇਦ ਉਹ ਜੋ ਭੇਜ ਰਿਹਾ ਸੀ ਉਹਨੂੰ ਇਹ ਚੀਜ਼ ਬਾਰੇ ਉਹ ਬੇਖਬਰ ਸੀ ਕਿ ਕੋਈ ਫੀਮੇਲ ਨੂੰ ਭੇਜ ਰਿਹਾ ਅਤੇ ਉਹ ਡਰ ਜਾਏਗੀ, ਬਹਿ ਜਾਏਗੀ ਜਾਂ ਘਬਰਾ ਜਾਏਗੀ। ਮੈਂ ਰਿਪੋਰਟ ਦਰਜ ਕਰਨੀ ਹੈ, ਰਿਪੋਰਟ ਦਰਜ ਹੁੰਦੀ ਹੈ, ਉਹ ਮੈਨੂੰ ਵੀ ਪਤਾ ਹੈ ਕਿ ਇੱਕ ਆਮ ਥਾਣੇ 'ਚ ਇਹ ਰਿਪੋਰਟ ਦਰਜ ਨਹੀਂ ਹੋ ਸਕਦੀ। ਇਹ ਮਾਮਲਾ ਹੁੰਦਾ ਸਾਈਬਰ ਸੈੱਲ ਦਾ, ਸਾਈਬਰ ਕ੍ਰਾਈਮ, ਇਟਸ ਕਮ ਅੰਡਰ ਦ ਸਾਈਬਰ ਕ੍ਰਾਈਮ ਅੰਡਰ ਇਹਦੀ ਧਾਰਾ 507, 509, 66A ਔਰ 67B ਦੇ ਅੰਤਰਗਤ ਇਹ ਆਉਂਦੀ ਹੈ। ਅਤੇ ਇਹ ਸ਼ਾਇਦ ਜਿਹਨੇ ਕੀਤਾ ਉਹਨੂੰ ਉਹ ਬੇਖਬਰ ਸੀ ਕਿ ਮੈਨੂੰ ਇਹ ਚੀਜ਼ਾਂ ਨਹੀਂ ਪਤਾ। ਔਰ ਦਿੱਲੀ ਦਾ ਜੀ ਜਿਹੜਾ ਸਾਈਬਰ ਸੈੱਲ ਹੈ ਉਹ ਦਿੱਲੀ ਪੁਲਿਸ ਦਾ ਅਲੱਗ-ਅਲੱਗ ਖੇਤਰਾਂ 'ਚ ਵੰਡਿਆ ਹੋਇਆ ਹੈ। ਔਰ ਜਿਹੜਾ ਹੈੱਡ ਆਫਿਸ ਉਹ ਦੁਆਰਕਾ ਹੈ। ਦੁਆਰਕਾ ਜਾਣ ਤੋਂ ਪਹਿਲੇ ਮੈਂ ਆਪਣੇ ਪਰਿਵਾਰ ਨੂੰ ਬੁਲਾਉਂਦੀ ਹਾਂ ਔਰ ਮੈਂ ਜਥੇਦਾਰ ਸਰਦਾਰ ਮਨਜੀਤ ਸਿੰਘ GK ਜੀ, ਜਿਨ੍ਹਾਂ ਦੀ ਪਾਰਟੀ ਤੋਂ ਕਿਤਾਬ ਚੌੜ ਨਿਸ਼ਾਨ ਹੈ, ਜਿਨ੍ਹਾਂ ਦੀ ਪਾਰਟੀ ਤੋਂ ਮੈਂ ਕੈਂਡੀਡੇਟ ਹਾਂ ਵਾਰਡ ਨੰਬਰ 15 ਦੀ, ਮੈਂ ਉਹਨਾਂ ਨੂੰ ਇਤਲਾ ਕਰਦੀ ਹਾਂ ਔਰ ਉਹ ਵੀ ਫਿਰ ਟਾਈਮ 'ਤੇ ਉੱਥੇ ਪਹੁੰਚਦੇ ਨੇ। ਹਰੀਨਗਰ ਅਸੀਂ ਪਹੁੰਚਦੇ ਹਾਂ ਜਿੱਥੇ ਸਾਈਬਰ ਸੈੱਲ, ਲੇਕਿਨ ਇਹ ਇੱਥੇ ਕਹਿਣ ਵਾਲੀ ਇੱਕ ਬਹੁਤ ਮੰਦਭਾਗੀ ਚੀਜ਼ ਹੋਏਗੀ, ਸਾਡੇ ਦਿੱਲੀ ਪੁਲਿਸ ਕੋਲ ਇਹੋ ਜਿਹੇ ਟੂਲਸ ਨਹੀਂ ਨੇ। ਮੇਰਾ ਫੋਨ ਉਹਨਾਂ ਨੇ ਉਸੇ ਟਾਈਮ ਆਪਣੇ ਕੋਲ ਰੱਖ ਲਿਆ, ਵੈਬ 'ਤੇ ਫੋਨ ਚੜ੍ਹਾਤਾ ਮੇਰਾ, WhatsApp ਵੈਬ 'ਤੇ ਫੋਨ ਚੜ੍ਹਾਇਆ ਗਿਆ ਔਰ ਲਗਾਤਾਰ ਇਟਸ ਟੋਟਲੀ ਅਨਬਿਲੀਵੇਬਲ 30 ਤੋਂ 35 ਕਾਲਸ ਮੈਨੂੰ ਆਉਂਦੀਆਂ ਰਹੀਆਂ ਪੁਲਿਸ ਦੀ ਨਜ਼ਰਬੰਦੀ ਦੇ ਦੌਰਾਨ ਵੀ। ਲਗਾਤਾਰ ਕਾਲ ਆਉਂਦੀਆਂ ਰਹੀਆਂ, ਇੱਕ ਕਾਲ ਮੈਂ ਚੁੱਕੀ ਵੀ,
एक कॉल मैं चुकी, उस तो बाद रिकॉर्ड भी हुई, उन्हें हिंदी च गल की कि तुम मुझसे बात क्यों नहीं कर रही हो, मेरा कहना क्यों नहीं मान रही हो। तो मैं जिस तरीके नाल गल करनी चाहिए सी सूझवान तरीके नाल, मैं क्या मैं आपसे सारी बात करूँगी, मुझे थोड़ा वक्त चाहिए और मैं ना आपको ब्लॉक करूँगी और मैं आपसे सारी बात करूँगी, आपकी सारा कहना माना जाएगा। मीनवाइल थ्रैटनिंग होर वधदी जाती है, ब्लैकमेलिंग होर वधदी जाती है, हरासमेंट वधदी जाती है। एक तो बाद दूजी कॉल्स उत्थे ही रहिंदियां, साइबर सैल उस नंबर ते +92 करके वो नंबर है, इन्ना सब नूं पता है नंबर पाकिस्तान दा मेन नंबर डोमेन जिहड़ा पाकिस्तान दा है, लेकिन बंदा जिहड़ा वो साडे इर्द गिर्द ही है। और ਜਿਹੜੀ ਦਿੱਲੀ ਪੁਲਿਸ ਹੈ ਉਹ ਉਹਨੂੰ ਇੱਕ IP ਭੇਜਦੀ ਹੈ ਕਿ ਉਹਦੇ ਤੋਂ ਜਿਵੇਂ ਟੱਚ ਕਰੇਗਾ ਉਹਦੀ ਲੋਕੇਸ਼ਨ ਆ ਜਾਏਗੀ। ਉਹ ਇੰਨਾ ਸੂਝਵਾਨ ਹੈਗਾ ਬਲੈਕਮੇਲਰ ਕਿ ਉਹ ਕੋਈ ਵੀ ਉਹਨੂੰ ਟੱਚ ਨਹੀਂ ਕਰੇਗਾ। ਉਹ ਜਿਹੜਾ ਲਿੰਕ ਆਉਂਦਾ ਅਗਰ ਉਹਨੂੰ ਟੱਚ ਕਰ ਦਿੰਦਾ ਤੇ ਉਹਦੀ ਲੋਕੇਸ਼ਨ ਜਿਹੜੀ ਹੈ ਸਾਡੇ ਨਾਲ ਸਾਂਝ ਪੈ ਜਾਂਦੀ ਉਸ ਲੋਕੇਸ਼ਨ ਦੀ। ਉਹਨੂੰ ਟੱਚ ਨਹੀਂ ਕਰਦਾ, ਉਹ ਬਕਾਇਦਾ ਮੈਨੂੰ ਸਵਾਲ ਕਰਦਾ ਇਹ ਕਿਆ ਭੇਜ ਰਹੀ ਹੋ ਮੇਰੇ ਕੋ। ਫਿਰ ਦਿੱਲੀ ਪੁਲਿਸ ਨਹੀਂ, ਮੈਂ ਨਹੀਂ, ਫਿਰ ਦਿੱਲੀ ਪੁਲਿਸ ਮੇਰੇ ਬਿਹਾਫ ਤੇ ਉਹਦੇ ਨਾਲ ਗੱਲ ਕਰਦੀ ਹੈ, ਟਾਈਪ ਕਰਦੀ ਹੈ ਮੈਸੇजेस। ਇੱਥੋਂ ਤੱਕ ਵੀ ਲਗਾਮ ਨਹੀਂ ਕੱਸੀ ਜਾਂਦੀ, ਲਗਾਤਾਰ 5 ਵਜੇ ਤੱਕ ਮੈਸੇजेस ਔਰ ਕਾਲਸ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ। ਪਤਾ ਨਹੀਂ ਇੰਨਾ ਕੀ ਸਪੈਸ਼ਲ ਇੰਟਰਸਟ ਰਿਹਾ। ਔਰ ਸਭ ਤੋਂ ਜਿਹੜੀ ਹੋਛੀ ਗੱਲ ਇਹ ਹੈ ਕਿ ਮੇਰੇ ਮਦਰ ਦਾ ਦਸੰਬਰ 'ਚ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਫੋਟੋ ਨਾਲ ਵੀ ਖਿਲਵਾੜ ਹੋਇਆ। ਤੇ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਮੇਰਾ 14 ਸਾਲ ਦਾ ਇਤਿਹਾਸ ਹੈ ਕ੍ਰਾਈਮ ਦਾ, 17 ਸਾਲ ਦਾ ਮੀਡੀਆ ਦਾ ਇਤਿਹਾਸ ਹੈ। ਇੰਨੇ ਮੈਂ ਕੇਸਿਸ ਸੋਲਵ ਕੀਤੇ ਔਰ ਪ੍ਰੈਸ ਕਾਨਫਰੰਸਿਸ ਅਟੈਂਡ ਕੀਤੀਆਂ, ਤਾਂ ਤੇ ਮੈਨੂੰ ਅੱਜ ਤੱਕ ਕੋਈ ਮੈਨੂੰ ਥ੍ਰੈਟਨਿੰਗ ਨਹੀਂ ਆਈ, ਬਲਕਿ ਆਉਣੀ ਚਾਹੀਦੀ ਸੀ ਅਗਰ ਮੈਂ ਉਸ ਬੀਟ 'ਚ ਆ। ਲੇਕਿਨ ਜਿੱਦਾਂ ਹੀ DSGMC ਦਾ ਕੈਂਡੀਡੇਟ ਮੈਨੂੰ ਘੋਸ਼ਿਤ ਕੀਤਾ ਜਾਂਦਾ ਹੈ ਤੇ ਮੈਨੂੰ ਇਸ ਤਰੀਕੇ ਨਾਲ ਆਉਂਦੀ ਹੈ। ਮੈਂ ਤੇ ਸਿਰਫ ਗੁਰਮਤ ਦੀ ਗੱਲ ਕੀਤੀ ਸੀ ਜੀ, ਮੈਂ ਸਿਰਫ ਆਪਣੀ ਗੱਲ ਕੀਤੀ ਸੀ ਕਿ ਮੈਂ ਆਪਣੇ ਵਾਰਡ ਵਿੱਚ ਬਜਰ ਕੁਰੈਤ ਸ਼ਰਾਬ ਔਰ ਪੈਸਾ ਨਹੀਂ ਵੰਡਾਂਗੀ, ਸਿਰਫ ਗੁਰਮਤ ਦੀ ਗੱਲ ਕਰਾਂਗੀ। ਔਰ ਉਹ ਮੈਂ ਵੀ ਦੱਸਦਾ ਕਿ ਇੱਕ ਰਾਤ ਪਹਿਲਾਂ ਸਾਡੇ ਘਰ ਚੋਰੀ ਹੁੰਦੀ ਹੈ ਜੀ। ਅੱਛਾ ਜੀ। ਹਾਂਜੀ, ਇੱਕ ਰਾਤ ਪਹਿਲਾਂ ਸਾਡੇ ਘਰ ਚੋਰੀ ਹੁੰਦੀ ਹੈ। ਮੈਂ ਦੱਸਦਾ ਆਪ ਜੀ ਨੂੰ, ਮੈਂ ਇੱਕ ਕੌਰ ਰਾਈਡ ਚਲਾਉਂਦੀ ਹਾਂ। ਉਹ ਕੌਰ ਰਾਈਡ ਬੇਟੀਆਂ ਵਾਸਤੇ ਹੁੰਦੀ ਹੈ। ਹਰ ਐਤਵਾਰ ਨੂੰ ਅਸੀਂ ਸੜਕਾਂ 'ਤੇ ਉਤਰਦੇ ਹਾਂ ਕੇਸਰੀ ਦੁਪੱਟੇ ਲੈ ਕੇ ਔਰ ਇੱਕ ਸੁਨੇਹਾ ਦਿੰਦੇ ਹਾਂ ਸਮਾਜ ਨੂੰ ਕਿ ਔਰਤ ਕਿਸੇ ਤੋਂ ਘੱਟ ਨਹੀਂ ਹੈ। ਅਸੀਂ ਸਾਈਕਲ ਰਾਈਡ ਕਰਨੇ ਆ, ਉਹ ਸਾਈਕਲਾਂ ਚੋਰੀ ਹੁੰਦੀਆਂ ਨੇ। ਇੱਕ ਰਾਤ ਪਹਿਲੇ ਅਸੀਂ ਉਹਦੀ ਖਬਰ ਲਿਖਵਾਉਣ ਥਾਣੇ ਜਾਣਾ ਸੀ ਮਾਰਨਿੰਗ, ਲੇਕਿਨ ਮਾਰਨਿੰਗ ਵਿੱਚ ਕੁਝ ਹੋਰ ਚੀਜ਼ ਵਾਪਰ ਜਾਂਦੀ ਹੈ। ਤੇ ਬਹੁਤ ਬਹੁਤ ਛੋਟੀ ਗੱਲ ਹੈ। ਮੈਂ ਤੇ ਸ਼ਾਇਦ ਮੈਂ ਤੇ ਯੰਗੈਸਟ ਕੈਂਡੀਡੇਟ ਹਾਂ ਇਸ DSGMC ਇਲੈਕਸ਼ਨ ਦੀ, ਔਰ ਇਸ ਤਰੀਕੇ ਨਾਲ ਹੋ ਰਿਹਾ ਤੇ ਵਾਕਈ ਬਹੁਤ ਮੰਦਭਾਗੀ ਚੀਜ਼ ਹੈ ਜੀ। मेरा तो एक सवाल है, आप जी तो कोई रैंसम या किसी चीज़ की डिमांड की गई है? नहीं, मेरे तो कोई रैंसम या किसी चीज़ की डिमांड नहीं की गई, लेकिन ब्लैकमेलिंग की गई है। ये फोटो डाल जितों तक मैंने लगता है कि अगर फोटो पा भी देंदा ना ਤਾਂ ਵੀ ਮੈਨੂੰ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਮੇਰੀ ਹੈ ਹੀ ਨਹੀਂ। ਜਦ ਡਰਦਾ ਉਹੀ ਹੈ ਜਦ ਜਿੰਨੇ ਕੋਈ ਗੁਨਾਹ ਕੀਤਾ ਹੋਏ, ਜਦ ਮੇਰੀ ਕੋਈ ਹੈ ਹੀ ਨਹੀਂ। ਤੁਹਾਨੂੰ ਜਿਹੜੀ ਮਤਲਬ ਕੀ ਕਿਹਾ ਕੀ ਜਾ ਰਿਹਾ, ਉਹਦੇ 'ਚ ਕੀ ਧਮਕੀ ਦਿੱਤੀ ਜਾ ਰਹੀ ਹੈ ਕਿ ਅਗਰ ਤੁਸੀਂ ਕੀ ਨਹੀਂ ਕਰੋਗੇ ਜਿਹੜਾ ਉਹ ਫੋਟੋ ਪਾ ਦੇਗਾ, ਕਿਸ ਚੀਜ਼ ਨੂੰ ਵਿੱਚੋਂ ਤੁਹਾਨੂੰ ਰੋਕਣ ਵਾਸਤੇ ਕੀਤਾ ਜਾ ਰਿਹਾ? ਨਾਮ ਵਾਪਿਸ ਲੈ ਲਓ। ਤੁਹਾਨੂੰ ਇਹ ਗੱਲ ਕਹੀ ਕਿ ਨਾਮ ਵਾਪਸ ਲੈ ਲਓ? ਜੀ, ਨਾਮ ਵਾਪਿਸ ਲੈ ਲਓ। ਘਰ ਦੇ ਬੰਦਿਆਂ ਨੂੰ ਨੁਕਸਾਨ ਕੀਤਾ ਜਾਏਗਾ। ਬਕਾਇਦਾ ਉਸ ਚੈਟ ਤੇ ਮੈਂ ਆਪ ਜੀ ਨੂੰ ਮੁਹੱਈਆ ਵੀ ਕਰਾਵਾਂਗੀ। ਬਕਾਇਦਾ ਉਸ ਚੈਟ ਤੇ ਲਿਖਿਆ ਗਿਆ ਹੈ आपके घर की फीमेल्स, भाभियाँ और जितने भी रिश्तेदारी हैं, फीमेल्स सिस्टर्स, उनको सबको मैं इस तरीके से करूँगा, मेरा कहना मानो। और बड़ी गलत गल, मैं नहीं चाहती कि मैं मीडिया राही इस चीज़ का जोड़ा आवाम तक ये चीज़ पहुँचावां, लेकिन बहुत भद्दे ये चीज़ां लैंग्वेज जी है मिसयूज़ की गई हरासमेंट वास्ते। सब तो वड्डी गल है इत्थे मैं ये दसना चाहांगी, एक फीमेल किस चीज़ तो डरदी है? अपनी आबरू तो, अपने करैक्टर ते दामन ते कोई निशान ना पै जाए, वो सब तो पहले उसी चीज़ तो डरदी है। तो उही चीज़ की गई। और शायद यही वजह है कि गुरुद्वारा इलैक्शन भावें SGPC होए भावें DSGMC होए कि फीमेल्स अगे नहीं आंदियां। शायद मैं आप जी तो पहले बीबी रंजीत कौर जी ਨੂੰ ਮਿਲ ਕੇ ਆਇਆ और सेम गल ਉਹਨਾਂ ਨੇ ਕਹੀ ਹੈ ਕਿ ਸ਼ਾਇਦ ਇसी ਕਰਕੇ, ਕਿਉਂਕਿ ਔਰਤ ਵਾਸਤੇ ਇੱਜ਼ਤ ਇੱਕ ਬੜੀ ਵੱਡੀ ਚੀਜ਼ ਹੈ, ਉਸੇ ਨੂੰ ਬਚਾਉਣ ਵਾਸਤੇ। ਔਰ ਔਰਤ ਇਸੇ ਕਰਕੇ ਸ਼ਾਇਦ ਇਲੈਕਸ਼ਨ ਵਿੱਚ ਨਹੀਂ ਉਤਰਦੀ, ਕਿਉਂਕਿ ਇਹੋ ਜਿਹੀ ਜਿਹੜੀਆਂ ਓਛੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ। ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਏਰੀਏ ਤੋਂ ਹੀ ਕੋਈ ਆਪੋਜੀਸ਼ਨ ਦਾ ਕੋਈ ਕੈਂਡੀਡੇਟ ਹੈ, ਜਾਂ ਕੌਣ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਜਾਂ ਕੁਝ ਲੱਗਦਾ ਕੁਝ ਇਸ ਤਰ੍ਹਾਂ ਦਾ ਕੌਣ ਹੋ ਸਕਦਾ ਹੈ? ਕੁਝ ਇਹੋ ਜਿਹਾ ਤੁਹਾਡੇ ਦਿਮਾਗ ਵਿੱਚ ਕੋਈ ਆਇਆ? मैं ना ये इलैक्शन च आ ते गई हैं, लेकिन मैं इनू इलैक्शन समझदी नहीं जी। मेरे वास्ते एक सुधार लहर है। और मेरे जो अपोजिशन च जिन्ने भी ने मेरे तो शायद डबल दी एज दे खड़े हुए हैं, लेकिन अगर मैं किसी ते
ਪਿਨ ਪੁਆਇੰਟ ਕਰਨਾ ਨਹੀਂ ਚਾਹੂੰਗੀ ਕਿਉਂਕਿ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ। ਉਸ ਤੋਂ ਬਾਅਦ ਹੀ ਜੋ ਨਤੀਜਾ ਆਏਗਾ ਉਹ ਜ਼ਿਆਦਾ ਬੈਟਰ ਹੋਏਗਾ। ਮੈਂ ਐਵੇਂ ਕਿਸੇ ਨੂੰ ਪਰਸਨਲ ਅਟੈਕ ਨਹੀਂ ਕਰਨਾ ਚਾਹੁੰਦੀ, ਨਾ ਕਿਸੇ ਪਾਰਟੀ ਤੇ ਕਰਨਾ ਚਾਹੁੰਦੀ ਹਾਂ, ਨਾ ਕਿਸੇ ਪਰਸਨਲ ਪਰਸਨ ਤੇ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਂ ਸਿਰਫ ਗੁਰਮਤ ਦੀ ਗੱਲ ਕੀਤੀ ਸੀ ਜੀ। ਖਾਸ ਤੌਰ ਤੇ ਆਪਣੇ ਵਾਰਡ ਤੇ ਮੈਂ ਕਿਹਾ ਸੀ ਸ਼ਰਾਬ ਔਰ ਪੈਸਾ ਨਹੀਂ ਵੰਡਿਆ ਜਾਏਗਾ। ਅਗਰ ਉਹਦਾ ਇਹ ਹਰਜਾਨਾ ਹੈ ਕਿ ਕਰੈਕਟਰ ਐਸੋਸੀਏਸ਼ਨ ਹੋ ਰਿਹਾ ਹੈ ਔਰ ਇਸ ਤਰੀਕੇ ਨਾਲ ਖਿਲਵਾੜ ਹੋ ਰਿਹਾ ਹੈ, ਤੇ ਬਹੁਤ ਬੜੀ ਸੋਚਣ ਵਾਲੀ ਗੱਲ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਹੈ, ਇੱਕ ਸਾਡੀ ਸੁਸਾਇਟੀ ਦਾ ਸਭ ਤੋਂ ਵੱਡਾ ਇੱਕ ਹਥਿਆਰ ਹੀ ਹੈਗਾ ਦੂਜੇ ਬੰਦੇ ਦਾ ਜਿਹੜਾ ਤੁਹਾਡੇ ਤੋਂ ਜ਼ਿਆਦਾ ਸਟਰੋਂਗ ਹੈ ਉਹਦਾ ਕਰੈਕਟਰ ਐਸੈਸੀਨੇਸ਼ਨ ਕਰੋ। ਮੈਂ ਇੱਕ ਥੋੜ੍ਹੀ ਦੇਰ ਪਹਿਲੇ ਜਿਹੜਾ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਮੈਂ ਉੱਥੇ ਇੱਕ ਗੱਲ ਕੀਤੀ ਸੀ, ਆਪ ਜੀ ਦੇ ਉਹਦੇ ਵਿਊਜ਼ ਲੈਣਾ ਚਾਹਾਂਗਾ। ਆਪ ਜੀ ਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਜਾਂ ਜਿੰਨੀਆਂ ਵੀ ਮੇਨ ਜਿਹੜੀਆਂ ਪਾਰਟੀਆਂ ਹੈਗੀਆਂ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਰਨਾ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ, ਜਾਗੋ ਪਾਰਟੀ, ਮਨਜੀਤ ਸਿੰਘ ਜੀਕੇ ਵਾਲੀ, ਭਾਈ ਰਣਜੀਤ ਸਿੰਘ ਜਾਂ ਵਡਾਲਾ ਜੀ ਵਾਲੀ, ਇਹ ਪੰਜੋ ਜਿਹੜੀ ਕਿਉਂਕਿ ਮੇਨ ਪਾਰਟੀਆਂ ਹੀ ਨੇ, ਪੰਜ ਨੇ, ਤੇ ਇਹਨਾਂ ਪੰਜਾਂ ਨੂੰ ਮਿਲ ਕੇ ਕੋਈ ਇੱਕ ਐਸਾ ਇੱਕ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਵੀ ਕਿਸੇ 'ਤੇ ਕੋਈ ਇਸ ਤਰ੍ਹਾਂ ਦਾ ਕਰਦਾ ਹੈ ਔਰ ਨਿਕਲ ਕੇ ਆਉਂਦਾ ਕੈਂਡੀਡੇਟ ਦਾ ਜਾਂ ਕੁਛ ਥੋੜ੍ਹਾ ਬਹੁਤ ਵੀ ਸ਼ੱਕ ਹੁੰਦਾ ਹੈ, ਉਸ ਕੈਂਡੀਡੇਟ 'ਤੇ ਰੋਕ ਲਾਈ ਜਾਏ। ਕਿਉਂਕਿ ਇਲੈਕਸ਼ਨ ਲੜਨਾ ਇੱਕ ਵੱਖਰੀ ਚੀਜ਼ ਹੈ, ਆਪਣੇ ਚੰਗੇ ਕੰਮਾਂ ਦਾ ਇੱਕ ਵੇਰਵਾ ਦੇ ਕੇ ਬੰਦਾ ਇਲੈਕਸ਼ਨ ਲੜੇ, ਬਾਕੀ ਚੁਣਨਾ ਸੰਗਤ ਨਹੀਂ ਹੈ। ਸੰਗਤ ਦੇਖੋ ਭਾਵੇਂ 10 20 30 50 ਕੈਂਡੀਡੇਟ ਖੜੇ ਹੋ ਜਾਣ, ਚੁਣਿਆ ਇੱਕੋ ਜਾਣਾ ਹੈ। ਜੇ 20 ਖੜੇ ਹੋਏ ਨੇ ਤੇ ਬਾਕੀ 19 ਨੇ ਹਾਰਨਾ ਹੈ। ਤੇ ਕੁਝ ਐਸਾ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਇਹ ਇੱਕ ਦੂਸਰੇ 'ਤੇ ਚਿੱਕੜ ਸੁੱਟਣ ਵਾਲੀ, ਕਿਉਂਕਿ ਪਰਸਨਲ ਲਾਈਫ ਨੂੰ ਇਲੈਕਸ਼ਨ ਵਿੱਚ ਲੈ ਕੇ ਆਉਣਾ ਬਿਲਕੁਲ ਗਲਤ ਹੈ। ਇਹਦੇ 'ਤੇ ਇਹ ਚੀਜ਼ ਤੁਹਾਡੇ ਸਾਹਮਣੇ ਕੋਈ ਕਮੇਟੀ ਕੁਝ ਇਹੋ ਜਿਹਾ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ? ਐਕਟ ਹੋਣਾ ਚਾਹੀਦਾ, ਇੱਕ ਰੂਲਸ ਐਂਡ ਰੈਗੂਲੇਸ਼ਨ ਪਾਸ ਹੋਣੇ ਚਾਹੀਦੇ ਆ। ਮੇਰੇ ਵਾਸਤੇ ਸਾਰੇ ਮਾਣਯੋਗ ਨੇ ਔਰ ਸਾਰੇ ਵੱਡੇ ਨੇ, ਇਹ ਜਲਦੀ ਫੈਸਲਾ ਲੈਣ ਤੇ ਜ਼ਿਆਦਾ ਵਧੀਆ ਹੈ। ਔਰ ਸਭ ਤੋਂ ਵੱਡੀ ਗੱਲ ਕਿ ਅੱਜ ਜ਼ਰੂਰਤ ਹੈ ਜੀ, ਅੱਜ ਜ਼ਰੂਰਤ ਹੈ ਪੜ੍ਹੇ ਲਿਖੇ ਨੌਜਵਾਨ ਪੀੜ੍ਹੀ ਅੱਗੇ ਆਉਣ ਦੀ, ਇੱਕ ਸੁਧਾਰ ਕਰਨ ਦੀ। ਔਰ ਇਹ ਸੁਧਾਰ ਇਹ ਰੋਕਿਆ ਜਾ ਰਿਹਾ। ਮੈਨੂੰ ਅੱਜ ਡਰਾਇਆ ਗਿਆ ਕਿ ਬਹਿ ਜਾ, ਸ਼ਾਇਦ ਮੈਂ ਆਪਣਾ ਨੋਮੀਨੇਸ਼ਨ ਉਹਨੇ ਫਾਈਲ ਵੀ ਨਹੀਂ ਕੀਤਾ, ਸ਼ਾਇਦ ਵਾਪਿਸ ਲੈ ਲਾਂ। ਤੇ ਅਗਰ ਮੇਰੀ ਜਗ੍ਹਾ ਕੋਈ ਹੋਰ ਫੀਮੇਲ ਹੁੰਦੀ ਤੇ ਮੈਂ ਨਹੀਂ ਕਹਿੰਦੀ ਕਿ ਉਹ ਡਰ ਜਾਂਦੀ, ਲੇਕਿਨ 1 ਮਿੰਟ ਵਾਸਤੇ ਉਹ ਘਬਰਾ ਜ਼ਰੂਰ ਜਾਂਦੀ ਕਿ ਇਹ ਸਭ ਕੀ ਹੋ ਗਿਆ। ਲੇਕਿਨ ਸਾਹਮਣੇ ਵਾਲਾ ਬੇਖਬਰ ਸੀ ਜੀ ਸ਼ਾਇਦ ਇਸ ਗੱਲ ਤੇ ਕਿ ਉਹਨੇ ਜਿਹੜਾ ਟਾਰਗੇਟ ਕੀਤਾ ਉਹ ਅਵਨੀਤ ਕੌਰ ਨੂੰ ਕੀਤਾ। ਹੈਸ਼ਟੈਗ ਚੱਲਿਆ ਜੀ ਇਸ ਤੋਂ ਬਾਅਦ, ਸਪੋਰਟ ਅਵਨੀਤ ਕੌਰ ਭਾਟੀਆ। ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ, US UK ਔਰ ਓਪੋਜੀਸ਼ਨ, ਮੈਂ ਤੇ ਓਪੋਜੀਸ਼ਨ ਸਮਝਦੀ ਨਹੀਂ ਕਿਸੇ ਨੂੰ, ਉਹ ਧੜੇ ਤੋਂ ਕਾਲਸ ਆਈਆਂ। ਔਰ ਇਹ ਮੈਂ ਸਿੰਪੈਥੀ ਗੇਨ ਕਰਨ ਵਾਸਤੇ ਇਹ ਕੋਈ ਚੀਜ਼ ਨਹੀਂ ਬੋਲਾਂਗੀ, ਲੇਕਿਨ ਇੱਕ ਆਸ਼ੀਰਵਾਦ ਦੇਣ ਵਾਸਤੇ ਆਇਆ ਕਿ ਪੁੱਤਰ ਅਸੀਂ ਤੇਰੇ ਨਾਲ ਹਾਂ, ਜੋ ਹੋਇਆ ਉਹ ਗਲਤ ਹੋਇਆ। ਲੇਕਿਨ ਇਹ ਗੱਲ ਇੱਥੇ ਥੰਮਦੀ ਨਹੀਂ ਹੈ, ਗਲਤ ਹੋਇਆ ਲੇਕਿਨ ਅੱਗੇ ਤੋਂ ਕਿਸੇ ਹੋਰ ਨਾਲ ਗਲਤ ਨਾ ਹੋਏ, ਇਹਨੂੰ ਰੋਕਥਾਮ ਕਰਨ ਦੀ ਲੋੜ ਹੈ। ਔਰ ਇੱਕ ਕਮੇਟੀ, ਇੱਕ ਐਕਟ ਜ਼ਰੂਰ ਬਣੇ ਤਾਂ ਕਿ ਕਿਸੇ ਦੇ ਵੀ ਕਰੈਕਟਰ ਤੇ ਜਦ ਕੁਝ ਕੋਈ ਲਾਂਛਣ ਲਗਾਇਆ ਜਾਏ ਤੇ ਉਹਦੇ ਤੇ ਸ਼ਿਕੰਜਾ ਪਹਿਲੇ ਕੱਸਿਆ ਜਾਏ। ਮੈਂ ਆਪਣੀ ਪਿਛਲੀ ਵੀਡੀਓ 'ਚ ਵੀ ਨਾ ਇੱਕ ਚੀਜ਼ ਦਾ ਜ਼ਿਕਰ ਕਰਦਾ ਰਿਹਾ ਕਿ ਇਲੈਕਸ਼ਨ ਜਿਹੜੇ ਨੇ ਉਹ 4 ਸਾਲਾਂ ਬਾਅਦ ਆਣੇ ਨੇ। ਔਰ ਸਭ ਤੋਂ ਮੇਨ ਗੱਲ ਹੈ ਕਿ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਨੇ, ਕੋਈ ਅਸੈਂਬਲੀ ਇਲੈਕਸ਼ਨ ਜਾਂ MP ਇਲੈਕਸ਼ਨ ਜਾਂ ਕੌਂਸਲਰ ਇਲੈਕਸ਼ਨ ਨਹੀਂ ਨੇ। ਇਲੈਕਸ਼ਨ ਤੋਂ ਪਹਿਲੇ ਵੀ ਅਸੀਂ ਭਰਾ ਵਾਂ, ਇਲੈਕਸ਼ਨ ਤੋਂ ਬਾਅਦ ਵੀ ਅਸੀਂ ਭਰਾ ਵਾਂ। ਔਰ ਅਗਰ ਇਸ ਤੁਹਾਡੇ ਵਾਰਡ ਦੀ, ਵਾਰਡ ਨੰਬਰ 15 ਦੀ ਗੱਲ ਕੀਤੀ ਜਾਏ, ਜਾਂ ਜਿਵੇਂ ਹੁਣ ਮੈਂ ਵਾਰਡ ਨੰਬਰ 20 ਦੀ ਗੱਲ ਕਰਾਂ ਜਿੱਥੋਂ ਮੈਂ ਬਿਲੋਂਗ ਕਰਦਾ, ਤੇ ਕਿਧਰੇ ਨਾ ਕਿਧਰੇ ਅਸੀਂ ਉਸੇ ਇੱਕ ਮਹੱਲੇ ਦੇ ਹੀ ਨਿਵਾਸੀ ਹਾਂ। ਇਲੈਕਸ਼ਨ ਤੋਂ ਪਹਿਲੇ ਵੀ ਅਸੀਂ ਇੱਕ ਦੂਜੇ ਦੇ ਮੱਥੇ ਲੱਗਣਾ, ਇਲੈਕਸ਼ਨ ਤੋਂ ਬਾਅਦ ਵੀ ਇੱਕ ਦੂਜੇ ਦੇ ਸੁੱਖ ਦੁੱਖ 'ਚ ਅਸੀਂ ਸ਼ਾਮਿਲ ਹੋਣਾ। ਤੇ ਕੀ ਇਹੋ ਜਿਹੀ ਜਿਹੜੀਆਂ ਓਛੀਆਂ ਹਰਕਤਾਂ ਨੇ, ਔਰ ਵੈਸੇ ਵੀ ਅਸੀਂ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਲੜ ਰਹੇ ਹਾਂ ਤੇ ਗੁਰਮਤ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ, ਸੋਕਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੇ ਇੱਕ ਦੂਸਰੀ ਗੁਰਬਾਣੀ ਦੀ ਤੁਕ ਆਉਂਦੀ ਹੈ ਕਿ ਵੇਖ ਪਰਾਈਆਂ ਮਾਵਾਂ ਧੀਆਂ ਭੈਣਾਂ ਆਪਣੀਆਂ ਜਾਣੋ। ਕੀ ਇਹ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਵਿੱਚ ਹੀ ਗੁਰਮਤ ਦੀ ਉਲੰਘਣਾ ਨਹੀਂ ਹੈ? ਬਿਲਕੁਲ ਜੀ, ਗੁਰਮਤ ਦੀ ਉਲੰਘਣਾ ਹੈਗੀ। ਔਰ ਇਹ ਦੇਖੋ ਕਿ ਇਹ ਇਲੈਕਸ਼ਨ ਹੈ, ਸਤਿ ਸ਼੍ਰੀ ਅਕਾਲ ਨਹੀਂ ਕੋਈ ਕਰ ਪਾਉਂਦਾ, ਕੋਈ ਫਤਿਹ ਨਹੀਂ ਬੁਲਾ ਪਾਉਂਦਾ ਆਪੋਜੀਸ਼ਨ ਵਾਲਾ। ਹਾਲਾਂਕਿ ਇੱਕੋ ਹਲਕੇ 'ਚ ਰਹਿ ਰਹੇ ਹਾਂ, ਇੱਕੋ ਹਲਕੇ 'ਚ ਪਹਿਲੇ ਅਸੀਂ ਫਤਿਹ ਬੁਲਾਉਂਦੇ ਸੀ, ਫਤਿਹ ਦੀ ਸਾਂਝ ਕਰਦੇ ਸੀ, ਲੇਕਿਨ ਜਿਵੇਂ ਹੀ ਪਤਾ ਲੱਗਿਆ ਕਿ ਕੋਈ ਕੈਂਡੀਡੇਟ ਹੈ, ਫਤਿਹ ਦੀ ਸਾਂਝ ਵੀ ਰਹਿ ਗਈ। ਤੇ ਬਹੁਤ ਮਤਲਬ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਗਰ ਇੱਕੋ ਕੌਮ ਦੇ ਅਸੀਂ ਹੈਗੇ ਹਾਂ ਔਰ ਅਗਰ ਨੁਮਾਇੰਦੀ ਕਰ ਰਹੇ ਹਾਂ, ਆਪਣੇ ਵਾਰਡ ਦੀ ਨੁਮਾਇੰਦੀ ਕਰਨੀ ਹੈ, ਤੇ ਕਮ ਸੇ ਕਮ ਅੱਖਾਂ 'ਚ ਇਹੋ ਜਿਹੀ ਸ਼ਰਮ ਤੇ ਹੋਏ ਕਿ ਫਤਿਹ ਬੁਲਾਉਣ ਜੋਗੇ ਤੇ ਰਹਿ ਜਾਈਏ, ਇਹੋ ਜਿਹੀ ਹੋਛੀ ਹਰਕਤਾਂ ਨਾ ਕਰੀਏ। ਇਹ ਚੀਜ਼ ਮੈਂ ਆਪ ਜੀ ਤੀਸਰੇ ਜਿਹੜੇ ਇਲੈਕਸ਼ਨ ਕੈਂਡੀਡੇਟ ਹੈਗੇ ਹੋ ਜਿਨ੍ਹਾਂ ਦੇ ਮੂੰਹੋਂ ਮੈਂ ਗੱਲ ਸੁਣ ਰਿਹਾ ਕਿ ਇਲੈਕਸ਼ਨ ਅਨਾਊਂਸ ਹੋਣ ਤੋਂ ਪਹਿਲੇ ਜਾਂ ਮੇਰਾ ਨੋਮੀਨੇਸ਼ਨ ਦੀ ਮੇਰਾ ਨਾਮ ਆਉਣ ਤੋਂ ਪਹਿਲੇ ਸਾਡੀ ਬੜੀ ਅੱਛੀ ਫਤਿਹ ਦੀ ਸਾਂਝ ਸੀ। ਜਿਵੇਂ ਪਤਾ ਲੱਗਾ ਮੈਂ ਇਲੈਕਸ਼ਨ ਲੜ ਰਿਹਾ ਜਾਂ ਮੈਂ ਲੜ ਰਹੀ ਹਾਂ, ਫਤਿਹ ਦੀ ਸਾਂਝ ਤੋਂ ਵੀ ਗਏ।
ਕੀ ਇਹ ਗੁਰਦੁਆਰਾ ਕਮੇਟੀ ਇਲੈਕਸ਼ਨ ਜਾਂ ਗੁਰਮਤ ਸਾਨੂੰ ਇਹ ਚੀਜ਼ ਸਿਖਾਉਂਦੀ ਹੈ ਕਿ ਅਸੀਂ ਫਤਿਹ ਤੋਂ ਵੀ ਜਾਈਏ? ਬਿਲਕੁਲ ਇਹ ਗੁਰਮਤ ਨਹੀਂ ਸਿਖਾਉਂਦੀ। ਅਗਰ ਇਹ ਗੁਰਮਤ ਇਹ ਸਿਖਾਉਂਦੀ ਹੁੰਦੀ ਤੇ ਕੋਈ ਆਵਾਮ ਹੀ ਕੁਝ ਹੋਰ ਹੁੰਦਾ, ਉਹਦਾ ਦਾਇਰਾ ਹੀ ਕੁਝ ਹੁੰਦਾ। ਗੁਰਮਤ ਕੀ ਕਹਿੰਦੀ ਹੈ ਕਿ ਮਾਨਸ ਕੀ ਜਾਤ ਸਭੇ एक है पहचान वो। और ये जो इलेक्शन है ये सुधार है। ये मैं तो ये बोलनी है कि अमेंडमेंट एक होर भी होनी चाहिए है जी। अगर मेरा नज़रिया देखा जाए तो एक अमेंडमेंट एक होर भी होनी चाहिए है कि बार बार इको कैंडीडेट इलेक्शन ना लड़े। ਇਹ ਵੀ ਹੋਣਾ ਚਾਹੀਦਾ। ਅਗਰ ਮੇਰਾ ਪਰਸਨਲ ਪੁਆਇੰਟ ਆਫ ਵਿਊ ਤੁਸੀਂ ਵੇਖੋ ਕਿ 1 ਸਾਲ ਬਣ ਗਿਆ, ਦੂਜੇ ਸਾਲ ਕਿਸੇ ਹੋਰ ਨੂੰ ਮੌਕਾ ਮਿਲੇ। ਕਿਉਂ ਮੌਕਾ ਮਿਲੇ? ਚੇਂਜ ਵਾਸਤੇ, ਕਿਉਂਕਿ ਵਿਜ਼ਨ ਹਰ ਕਿਸੇ ਦਾ ਅਲੱਗ ਹੁੰਦਾ, ਵਿਊ ਹਰ ਕਿਸੇ ਦਾ ਅਲੱਗ ਹੁੰਦਾ। ਤੇ ਕਿਉਂ ਇੱਕੋ ਸੀਟ ਤੇ ਕੋਈ ਇੰਨੇ ਸਾਲ ਬੈਠਾ ਰਹੇ, ਇੱਕੋ ਵਾਰਡ ਤੋਂ ਕੋਈ ਜਿੱਤਦਾ ਰਹੇ? ਜਿਵੇਂ ਸੇਮ ਯੂਐਸ ਇਲੈਕਸ਼ਨ ਵਿੱਚ ਹੁੰਦਾ ਹੈ ਕਿ ਦੋ ਵਾਰ ਤੋਂ ਬਾਅਦ। ਜੀ ਬਿਲਕੁਲ ਐਗਜ਼ੈਕਟਲੀ। ਤੇ ਸਾਡੇ ਇੱਥੇ ਕਿਉਂ ਨਹੀਂ ਹੋ ਸਕਦਾ ਹੈ? ਇਲੈਕਸ਼ਨ ਹੈ ਗੁਰਦੁਆਰੇ ਦੀ, ਠੀਕ ਹੈ ਜੀ, ਕਿਹਦੀ ਇਲੈਕਸ਼ਨ ਹੈ? ਗੁਰਦੁਆਰੇ ਤੇ, ਲੇਕਿਨ ਵੰਡ ਰਹੇ ਆ ਸ਼ਰਾਬ ਤੇ ਪੈਸੇ। किस वास्ते? एक सीट ते खर्चा हो रहा 30-40 लाख। क्यों हो रहा? मेरे को तो नहीं हैगा जी, मैं सर्विस क्लास हाँ, और अगर मैं जितदी भी हाँ उस तो बाद भी मैं सर्विस क्लास ही रहूँगी, उस तो बाद भी मैं एंकर और मैं रिपोर्टर बुलेटिन एडिटर ही रहांगी। एक सेवा मिलती है, लेकिन उस सेवा नूं तुसी एक जनरेट कर रहे हो मशीन फॉर मेकिंग मनी। If you are spending money around about 30 to 40 lakhs, why you are spending? Because you want to gain that money back. Exactly. Why? ਬਿਲਕੁਲ ਅਮਨੀਤ ਜੀ, ਜੋ ਆਪ ਜੀ ਨੇ ਜ਼ਿਕਰ ਕੀਤਾ ਔਰ ਜੋ ਆਪ ਜੀ ਦੇ ਵਿਚਾਰ ਨੇ ਸੁਣ ਕੇ ਵਾਕਈ ਬੜਾ ਚੰਗਾ ਲੱਗਦਾ ਹੈ ਕਿ ਸਾਰੇ ਜਿੰਨੇ ਵੀ ਕੈਂਡੀਡੇਟ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਹੋਣ, ਸਾਰਿਆਂ ਦੇ ਵਿਚਾਰ ਇਸ ਤਰ੍ਹਾਂ ਦੇ ਹੋਣ। ਤੇ ਜਿਹੜਾ ਅਸੀਂ ਇੱਕ ਕਹਿ ਕੇ ਚੱਲਦੇ ਹਾਂ ਕਿ ਜਿਹੜੇ ਇਲੈਕਸ਼ਨ ਨੇ ਗੁਰਦੁਆਰਾ ਸੁਧਾਰ ਦੇ ਨੇ, ਗੁਰਦੁਆਰਾ ਸੁਧਾਰ ਲਹਿਰ, ਵਾਕਈ ਗੁਰਦੁਆਰਾ ਸੁਧਾਰ ਲਹਿਰ ਬਣ ਜਾਏਗੀ। ਸੋ ਜੋ ਆਪ ਜੀ ਨਾਲ ਵਾਪਰਿਆ ਉਹ ਇੱਕ ਮੰਦਭਾਗਾ ਹੈ। ਤੇ ਆਪ ਜੀ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਬਹੁਤ ਬਹੁਤ ਹੋਰ ਲਾਸਟ ਤੇ ਹੋਰ ਕੁਝ ਕਹਿਣਾ ਚਾਹੋਗੇ? बस यही कहना चाहांगी जी कि जिन्ने भी ये कीता है गुरु महाराज आप देख रहे ने, और पुलिस जिन्नी जल्दी शिकंजा कस सके वधिया, लेकिन ओदे दरबार विच ओदे गुरु महाराज दे उत्थे ते ओनू सज़ा मिलेगी जो है कीता वो गलत कीता जी। सो ये सन अवनीत कौर जो दस रहे सन जो उन्होंने घटना वापरी है, बहुत मंदभागी है, लेकिन सोचना चाहिए कि ऐसी घटनावां होने की नौबत आई क्यों। किधरे ना किधरे किसी ना किसी कैंडीडेट या किसी ना किसी पासे कोई कमी है। उस कमी नूं पूरा कौन करेगा? सरकारां नहीं करनगियां, संगत करेगी, अकाल तख्त साहब या जिहड़ियां पार्टियां इलैक्शन विच खड़ियां हो रही ने, अपने अपने कैंडीडेट खड़े कर रही ने, सब नूं मिल के एक पहल करनी पेगी। जे असीं वाकई गुरुद्वारा सुधार लहर चाहते हैं, जे गुरुद्वारा सुधार लहर लियानी है तो सब तो पहले अपने आप नूं सुधारना पेगा, अपनी पार्टियां नूं सुधारना पेगा। एक कदम सानू ही चुकना पेगा। फिलहाल वर्ल्ड सिख अपडेट्स की टीम नूं इत्थे इजाजत दिओ। बहुत जल्द आप जी के सामने फिर हाज़र होवांगे। तां तक वाहिगुरू जी का खालसा, वाहिगुरू जी की फतेह। साडी वीडियो आप जी नूं किस तरह लगदियां हन कमेंट करके जरूर दसो। साडे चैनल नूं लाइक सबसक्राइब ते साडी वीडियोज़ नूं शेयर करो। ते होर कोई अगर आप जी का सुझाव होए तो साडे नाल जरूर साझा करो।